ਹੈਲੋ ਦੋਸਤੋ, ਸਤਿ ਸ੍ਰੀ ਅਕਾਲ ਜੀ। ਅੱਜ ਜੋ ਮੈਂ ਕਹਾਣੀ ਪੇਸ਼ ਕਰਨ ਜਾ ਰਹੀ ਹਾਂ, ਇਹ ਮੇਰੇ ਅੰਨੇ ਛੜੇ ਜੇਠ ਦੀ ਸ਼ਰਾਰਤ ਹੈ। ਇਹ ਮੇਰੀ ਜਾਣੀ ਪ੍ਰੀਤੀ ਦੀ ਇੱਕ ਸੱਚੀ ਕਹਾਣੀ ਹੈ ਜੋ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣ ਜਾ ਰਹੀ ਹਾਂ। ਅਤੇ ਹੁਣ ਮੈਂ ਤੁਹਾਨੂੰ ਆਪਣੇ ਬਾਰੇ ਥੋੜ੍ਹਾ ਦੱਸਦੀ ਹਾਂ। ਮੇਰਾ ਨਾਮ ਪ੍ਰੀਤੀ ਹੈ। ਮੈਂ ਜਲੰਧਰ ਦੀ ਰਹਿਣ ਵਾਲੀ ਹਾਂ। ਮੇਰੀ ਉਮਰ 23 ਸਾਲ ਹੈ। ਮੇਰਾ ਰੰਗ ਗੋਰਾ ਹੈ। ਕੱਦ 5 ਫੁੱਟ 2 ਇੰਚ ਹੈ। ਅਤੇ ਹੁਣ ਮੈਨੂੰ ਆਪਣੀ ਕਹਾਣੀ ਸ਼ੁਰੂ ਕਰਨ ਦੀ ਇਜਾਜ਼ਤ ਦਿਓ। ਇਹ ਕਹਾਣੀ ਉਦੋਂ ਦੀ ਹੈ ਜਦੋਂ ਮੇਰੀ ਉਮਰ 20 ਸਾਲ ਦੀ ਸੀ ਅਤੇ ਮੇਰਾ ਵਿਆਹ 20 ਸਾਲ ਦੀ ਉਮਰ 'ਚ ਹੀ ਹੋ ਗਿਆ ਸੀ। ਪਰ ਮੇਰੀ ਵਿਦਾਈ ਵਿਆਹ ਦੇ 3 ਦਿਨਾਂ ਬਾਅਦ ਹੋਈ ਸੀ, ਕਿਉਂਕਿ ਸਾਡੇ ਘਰ ਦੀ ਇਹ ਪਰੰਪਰਾ ਹੈ ਕਿ ਵਿਆਹ ਦੇ 3 ਦਿਨਾਂ ਬਾਅਦ ਹੀ ਵਿਦਾਈ ਹੁੰਦੀ ਹੈ। ਪਰ ਦੋਸਤੋ, ਜਦੋਂ ਮੈਂ 18 ਸਾਲ ਦੀ ਸੀ, ਉਦੋਂ ਹੀ ਮੈਂ ਜੋ ਕੁੜੀਆਂ ਨਾਲ ਵਿਆਹ ਤੋਂ ਬਾਅਦ ਹੁੰਦਾ ਉਸ ਦੀ ਕਲਾ ਬਾਰੇ ਥੋੜ੍ਹਾ ਜਾਣਨਾ ਸ਼ੁਰੂ ਕਰ ਦਿੱਤਾ ਸੀ। ਅਤੇ ਮੈਂ ਕਈ ਵਾਰ ਭਰਾ ਅਤੇ ਭਾਬੀ ਨੂੰ ਲੜਾਈ ਕਰਦੇ ਵੀ ਦੇਖਿਆ ਸੀ ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਇਹ ਸਭ ਮੇਰੇ ਨਾਲ ਵੀ ਹੋਵੇ। ਹੁਣ ਮੇਰੀ ਉਡੀਕ ਦਾ ਸਮਾਂ ਖਤਮ ਹੋ ਗਿਆ ਸੀ ਅਤੇ ਮੇਰੇ ਵਿਆਹ ਦੀ ਉਹ ਰਾਤ ਆ ਗਈ ਜਿਸ ਬਾਰੇ ਸੋਚ ਕੇ ਮੈਂ ਮਨ ਹੀ ਮਨ ਬਹੁਤ ਖੁਸ਼ ਹੋਈ। ਇਸ ਦਿਨ ਦਾ ਮੈਂ 5 ਸਾਲ ਤੋਂ ਇੰਤਜ਼ਾਰ ਕਰਦੀ ਆ ਰਹੀ ਸੀ, ਪਰ ਸਾਡੇ ਘਰ ਦੀ ਸਥਿਤੀ ਕੁਝ ਐਸੀ ਸੀ ਕਿ ਮੇਰਾ ਵਿਆਹ ਛੇਤੀ ਨਹੀਂ ਹੋ ਸਕਿਆ। ਆਖਰ ਉਹ ਵਿਆਹ ਵਾਲੀ ਰਾਤ ਆ ਗਈ। ਮੈਂ ਵੀ 5 ਸਾਲਾਂ ਤੋਂ ਉਡੀਕ ਕਰ ਰਹੀ ਸੀ। ਇਸ ਲਈ ਮੈਂ ਆਪਣੇ ਆਪ ਦਾ ਸਮਰਥਨ ਆਪਣੇ ਪਤੀ ਅੱਗੇ ਕੀਤਾ, ਕਿਉਂਕਿ ਮੈਨੂੰ ਪਹਿਲਾਂ ਕਦੇ ਵੀ ਅਜਿਹਾ ਅਹਿਸਾਸ ਨਹੀਂ ਹੋਇਆ ਸੀ। ਜਦੋਂ ਸਵੇਰ ਹੋਈ ਤਾਂ ਮੇਰੇ ਪਤੀ ਨੇ ਪਹਿਲੀ ਵਾਰ ਮੇਰੇ ਨਾਲ ਗੱਲ ਕੀਤੀ ਅਤੇ ਪੁੱਛਿਆ ਕਿ ਤੁਸੀਂ ਪ੍ਰੀਤੀ ਕਿਵੇਂ ਹੋ, ਠੀਕ ਹੋ? ਉਸ ਦੇ ਮੂੰਹੋਂ ਇਹ ਸੁਣ ਕੇ ਮੈਂ ਪੂਰੀ ਤਰ੍ਹਾਂ ਸ਼ਰਮਿੰਦਗੀ ਮਹਿਸੂਸ ਕੀਤੀ। ਸੰਗਦੀ ਸੰਗਾਉਂਦੀ ਹੀ ਮੈਂ ਫਰੈਸ਼ ਹੋਣ ਲਈ ਬਾਥਰੂਮ 'ਚ ਚਲੀ ਗਈ। ਫਿਰ ਮੈਂ ਤਿਆਰ ਹੋ ਕੇ ਆਪਣੇ ਸੱਸ ਅਤੇ ਸਹੁਰੇ ਦੇ ਪੈਰੀਂ ਹੱਥ ਲਾਏ ਅਤੇ ਅਸ਼ੀਰਵਾਦ ਲਿਆ। ਮੈਨੂੰ ਮੇਰੇ ਸਹੁਰੇ ਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਮਿਲਾਇਆ ਅਤੇ ਮੇਰੀ ਸੱਸ ਨੇ ਆਂਢਣਾ ਗੁਆਂਢਣਾ ਨਾਲ ਅਤੇ ਰਿਸ਼ਤੇਦਾਰਾਂ ਨਾਲ ਮਿਲਾਇਆ। ਮੇਰੇ ਪਤੀ ਹੁਣ 3 ਭਰਾ ਸਨ ਅਤੇ ਇੱਕ ਵੱਡਾ ਭਰਾ ਸੀ ਜੋ ਬਚਪਨ ਤੋਂ ਹੀ ਅੰਨ੍ਹਾ ਸੀ। ਸ਼ਾਇਦ ਇਸੇ ਲਈ ਉਸ ਦਾ ਹੁਣ ਤੱਕ ਵਿਆਹ ਨਹੀਂ ਹੋਇਆ ਸੀ ਅਤੇ ਛੋਟਾ ਸਕੂਲ ਵਿੱਚ ਪੜ੍ਹਦਾ ਸੀ। ਉਹ ਹਮੇਸ਼ਾ ਘਰ ਤੋਂ ਦੂਰ ਹੀ ਸ਼ਹਿਰ ਵਿੱਚ ਪੜ੍ਹਦਾ ਸੀ। ਦੋਸਤੋ, ਹੁਣ ਪੂਰੇ 2 ਸਾਲ ਹੋ ਗਏ ਸਨ ਅਤੇ ਹੁਣ ਮੇਰੇ ਪਤੀ ਠੰਡੇ ਪੈਣ ਲੱਗ ਪਏ ਸੀ। ਸ਼ਾਇਦ ਉਹ ਆਪਣੇ ਕੰਮ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਸਨ ਅਤੇ ਇੱਧਰ ਮੇਰੀ ਚੜ੍ਹਦੀ ਜਵਾਨੀ ਨੂੰ ਲੈ ਕੇ ਇੱਥੇ ਮੇਰਾ ਬੁਰਾ ਹਾਲ ਸੀ। ਸਾਡੇ ਕੋਲ ਅਜੇ ਤੱਕ ਕੋਈ ਵੀ ਔਲਾਦ ਪੈਦਾ ਨਹੀਂ ਹੋਈ ਸੀ। ਫਿਰ ਇੱਕ ਦਿਨ ਮੇਰੀ ਸੱਸ ਅਤੇ ਸਹੁਰਾ ਕਿਤੇ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ। ਉਹਨਾਂ ਦੇ ਵਾਪਸ ਹੁੰਦਿਆਂ ਅਚਾਨਕ ਹੀ ਸਾਨੂੰ ਖਬਰ ਮਿਲੀ ਕਿ ਮੇਰੀ ਸੱਸ ਅਤੇ ਸਹੁਰੇ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਦੋਵੇਂ ਕਿਸੇ ਹੋਰ ਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਹਨ। ਅਤੇ ਮੇਰੇ ਪਤੀ ਦਾ ਵੱਡਾ ਭਰਾ ਇਸ ਖਬਰ ਤੋਂ ਸਭ ਤੋਂ ਜ਼ਿਆਦਾ ਦੁਖੀ ਹੋਇਆ ਸੀ, ਕਿਉਂਕਿ ਮੇਰੀ ਸੱਸ ਅਤੇ ਸਹੁਰਾ ਇਹ ਦੋਵੇਂ ਹੀ ਇਸ ਵਿਚਾਰੇ ਅੰਨੇ ਆਦਮੀ ਦੀਆਂ ਅੱਖਾਂ ਸਨ। ਮੇਰੇ ਪਤੀ ਉਹਨਾਂ ਨੂੰ ਹਸਪਤਾਲ 'ਚ ਮਿਲਣ ਗਏ। ਮੈਂ ਉਸ ਦੇ ਨਾਲ ਜਾਣਾ ਚਾਹੁੰਦੀ ਸੀ, ਪਰ ਮੇਰੇ ਪਤੀ ਦੇ ਅੰਨੇ ਭਰਾ ਦੇ ਕਾਰਨ ਮੈਂ ਨਾ ਜਾ ਸਕੀ। ਮੈਨੂੰ ਮੇਰੇ ਜੇਠ ਕੋਲ ਰਹਿਣਾ ਪਿਆ ਅਤੇ ਹੁਣ ਘਰ ਵਿੱਚ ਸਿਰਫ ਮੈਂ ਅਤੇ ਮੇਰੇ ਪਤੀ ਦਾ ਵੱਡਾ ਭਰਾ ਰਹਿ ਗਏ ਸੀ। ਮੈਨੂੰ ਉਹਨਾਂ 'ਤੇ ਬਹੁਤ ਗੁੱਸਾ ਸੀ, ਕਿਉਂਕਿ ਮੈਂ ਉਹਨਾਂ ਦੇ ਕਾਰਨ ਆਪਣੇ ਪਤੀ ਨਾਲ ਨਹੀਂ ਜਾ ਸਕੀ। ਮੇਰੇ ਪਤੀ ਨੇ ਉੱਥੇ ਪਹੁੰਚ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਉਣ ਤੋਂ ਬਾਅਦ ਮੇਰੇ ਜੇਠ ਨੂੰ ਮੇਰੇ ਪਤੀ ਦਾ ਫੋਨ ਆਇਆ ਕਿ ਜਦੋਂ ਤੱਕ ਬੇਬੇ ਬਾਪੂ ਜੀ ਠੀਕ ਨਹੀਂ ਹੋ ਜਾਂਦੇ, ਉਹਨਾਂ ਦੀ ਇੱਥੋਂ ਛੁੱਟੀ ਨਹੀਂ ਹੋ ਜਾਂਦੀ, ਉਸ ਨੂੰ ਕਰੀਬ 1 ਮਹੀਨੇ ਤੱਕ ਉੱਥੇ ਹੀ ਰਹਿਣਾ ਪਵੇਗਾ। ਇਹ ਗੱਲ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋਈ ਅਤੇ ਮੈਂ ਉਦਾਸੀ ਮਹਿਸੂਸ ਕੀਤੀ। ਮੈਂ ਸੋਚਿਆ ਕਿ ਮੈਂ ਘਰੇ ਇਕੱਲੀ ਕੀ ਕਰਾਂਗੀ। 3 ਦਿਨ ਇਸੇ ਤਰ੍ਹਾਂ ਲੰਘ ਗਏ। ਇੱਕ ਰਾਤ ਜਦੋਂ ਮੈਂ ਆਪਣੇ ਕਮਰੇ ਵਿੱਚ ਸੌਂ ਰਹੀ ਸੀ ਤਾਂ ਮੈਂ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣੀ। ਤਾਂ ਦੇਖਿਆ, ਇਹ ਕੀ ਹੋਇਆ? ਮੇਰਾ ਅੰਨ੍ਹਾ ਜੇਠ ਬਾਥਰੂਮ ਵਿੱਚ ਡਿੱਗਿਆ ਪਿਆ ਸੀ। ਮੈਂ ਭੱਜ ਕੇ ਉਸ ਨੂੰ ਚੁੱਕ ਲਿਆ। ਮੈਂ ਪੁੱਛਿਆ ਕੀ ਹੋਇਆ, ਤਾਂ ਉਸਨੇ ਕਿਹਾ ਕਿ ਮੈਂ ਬਾਥਰੂਮ ਵਿੱਚ ਆਇਆ ਸੀ ਅਤੇ ਮੇਰਾ ਪੈਰ ਫਿਸਲ ਗਿਆ ਅਤੇ ਮੈਂ ਡਿੱਗ ਗਿਆ। ਮੈਨੂੰ ਕਹਿੰਦਾ, ਪ੍ਰੀਤੀ ਕਿਰਪਾ ਕਰਕੇ ਮੈਨੂੰ ਮੇਰੇ ਕਮਰੇ ਤੱਕ ਛੱਡ ਆਓ। ਉਸ ਦੀ ਬੇਵਸੀ ਨੂੰ ਦੇਖ ਕੇ ਮੈਂ ਉਸ ਨੂੰ ਚੁੱਕ ਲਿਆ ਅਤੇ ਜਦੋਂ ਮੇਰੇ ਸਰੀਰ ਨੂੰ ਉਸ ਨੇ ਛੂਹਿਆ ਤਾਂ ਅਚਾਨਕ ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਣ ਲੱਗੇ, ਪਰ ਉਸ ਨੂੰ ਕੁਝ ਨਹੀਂ ਹੋਇਆ। ਸ਼ਾਇਦ ਹੋ ਸਕਦਾ ਅੰਨ੍ਹਾ ਹੋਣ ਕਰਕੇ ਉਸ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ।
ਫਿਰ ਮੈਂ ਉਸ ਨੂੰ ਉਸਦੇ ਕਮਰੇ ਵਿੱਚ ਛੱਡ ਆਈ ਤੇ ਆਪਣੇ ਕਮਰੇ ਵਿੱਚ ਆ ਕੇ ਸੌਣ ਲੱਗੀ। ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆ ਰਹੀ ਸੀ, ਪਰ ਮੈਂ ਕੁਝ ਦੇਰ ਇਸੇ ਤਰ੍ਹਾਂ ਹੀ ਪਈ ਰਹੀ। ਫਿਰ ਮੈਂ ਸੋਚਿਆ ਕਿ ਜੇ ਇਹ ਅੰਨਾ ਹੈ ਤਾਂ ਬਾਥਰੂਮ ਤੱਕ ਕਿਵੇਂ ਆਇਆ, ਤੇ ਬਾਥਰੂਮ 'ਚ ਡਿੱਗਣ ਤੋਂ ਬਾਅਦ ਇਹਨੂੰ ਮੇਰੇ ਹੀ ਸਹਾਰੇ ਦੀ ਲੋੜ ਕਿਉਂ ਪਈ। ਮੇਰੇ ਮਨ ਵਿੱਚ ਹੋਰ ਹੀ ਗੰਦੇ ਜਿਹੇ ਵਿਚਾਰ ਆਉਣ ਲੱਗੇ। ਅਜੇ ਮੈਂ ਤਾਂ ਇਹ ਸੋਚ ਹੀ ਰਹੀ ਸੀ, ਇੰਨੇ ਨੂੰ ਹਾਏ ਹਾਏ ਦੀਆਂ ਆਵਾਜ਼ਾਂ ਮੇਰੇ ਜੇਠ ਦੇ ਕਮਰੇ 'ਚੋਂ ਆਉਣ ਲੱਗੀਆਂ। ਮੈਂ ਭੱਜ ਕੇ ਦੇਖਿਆ ਤਾਂ ਉਹ ਆਪਣੇ ਮੋਢੇ ਨੂੰ ਫੜ ਕੇ ਘੁੱਟ ਰਿਹਾ ਸੀ ਤੇ ਅੱਖਾਂ ਵਿੱਚ ਦਲ-ਦਲ ਹੰਝੂ ਵਗ ਰਹੇ ਸੀ। ਮੈਨੂੰ ਤਰਸ ਜਿਹਾ ਵੀ ਆਇਆ ਤੇ ਡਰ ਵੀ ਲੱਗੇ ਕਿ ਕੋਈ ਘਰ ਵੀ ਨਹੀਂ ਹੈ, ਕਿਤੇ ਕੋਈ ਹੋਰ ਹੀ ਭਾਣਾ ਨਾ ਵਾਪਰ ਜਾਏ। ਕੀ ਕਰੀਏ, ਔਰਤਾਂ ਨੂੰ ਬਹੁਤ ਕੁਝ ਸੋਚਣਾ ਪੈਂਦਾ। ਲੋਕਾਂ ਦੇ ਕਿਹੜਾ ਮੂੰਹ ਫੜੇ ਜਾਂਦੇ ਨੇ, ਹੋਰ ਹੀ ਗੱਲਾਂ ਬਣਾਉਂਦੇ ਆ ਲੋਕ। ਬਾਕੀ ਸਹੁਰਿਆਂ ਦੇ ਘਰ ਔਰਤ ਨੂੰ ਬਹੁਤ ਸੋਚ ਸੰਭਲ ਕੇ ਰਹਿਣਾ ਪੈਂਦਾ। ਇਹ ਕੋਈ ਪੇਕਾ ਘਰ ਨਹੀਂ ਕਿ ਜਿਵੇਂ ਮਰਜ਼ੀ ਚੱਲੋ। ਮੈਂ ਪੁੱਛਿਆ, ਭਾਜੀ ਕੀ ਹੋਇਆ? ਕਹਿੰਦਾ ਲੱਗਦਾ ਮੋਢਾ ਟੁੱਟ ਗਿਆ। ਹਾਏ ਹਾਏ ਹਾਏ, ਮੈਂ ਨਹੀਂ ਬਚਦਾ, ਹਾਏ ਮਾਂ ਨਹੀਂ। ਉਹਨੂੰ ਰੋਂਦਾ ਵੇਖ ਕੇ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਪਤਾ ਨਹੀਂ ਕਿੰਨਾ ਕੁ ਦਰਦ ਹੋ ਰਿਹਾ ਹੋਣਾ। ਚਲੋ ਮੈਂ ਮੋਢਾ ਕੁੱਟਿਆ ਤੇ ਸਾਡੇ ਘਰ ਬਿਜਲੀ ਦਾ ਤੇਲ ਪਿਆ ਸੀ, ਉਹਦੇ ਨਾਲ ਮੈਂ ਉਸ ਦੀ ਮਾਲਿਸ਼ ਵੀ ਕੀਤੀ। ਮੈਂ ਉਹਨਾਂ ਨੂੰ ਧੁੱਪੇ ਬੈਠਣ ਲਈ ਕਿਹਾ ਤੇ ਉਹ ਬੈਠ ਗਏ। ਮੈਂ ਜਲਦੀ ਜਲਦੀ ਹਲਦੀ ਵਾਲਾ ਦੁੱਧ ਬਣਾ ਕੇ ਲੈ ਗਈ ਤੇ ਉਹਨਾਂ ਨੂੰ ਪਿਆਇਆ। ਹਲਦੀ ਵਾਲਾ ਦੁੱਧ ਪੀ ਕੇ ਉਹਨਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਤੇ ਮੈਂ ਕੋਲ ਹੀ ਬੈਠੀ ਸੀ ਤੇ ਮੋਢਾ ਗਰਮ ਕੱਪੜੇ ਨਾਲ ਢੱਕ ਕੇ ਹਲਕਾ ਹਲਕਾ ਕੁੱਟ ਰਹੀ ਸੀ। ਤੇ ਉਹ ਮੈਨੂੰ ਕਹਿੰਦਾ, ਪ੍ਰੀਤੀ ਜੇ ਤੂੰ ਨਾ ਘਰ ਹੁੰਦੀ ਮੇਰਾ ਕੀ ਹੁੰਦਾ? ਚੰਗਾ ਹੋਇਆ ਤੂੰ ਮੈਨੂੰ ਸਾਂਭ ਲਿਆ। ਆਹਾ, ਤੇਰੇ ਹੱਥ ਲੱਗਿਆ ਤਾਂ ਐਂ ਲੱਗਦਾ ਜਿਵੇਂ ਮੈਨੂੰ ਕੁਝ ਹੋਇਆ ਹੀ ਨਾ ਹੋਵੇ। ਅੱਜ ਤਾਂ ਪ੍ਰੀਤੀਏ ਮੇਰੀ ਬੇਬੇ ਨਾਲੋਂ ਵੀ ਜ਼ਿਆਦਾ ਸੇਵਾ ਕੀਤੀ ਹੈ ਤੈਂ। ਮੈਂ ਕਿੱਥੇ ਤੇਰਾ ਦੇਣ ਦੇਵਾਂਗਾ। ਲੱਗਦਾ ਅਗਲਾ ਜਨਮ ਲੈ ਕੇ ਵੀ ਨਹੀਂ ਤੇਰੇ ਅਹਿਸਾਨ ਦਾ ਮੁੱਲ ਮੋੜਿਆ ਜਾਣਾ। ਪ੍ਰੀਤੀ ਮੈਂ ਤੇਰੀ ਸੇਵਾ ਤੋਂ ਬਹੁਤ ਖੁਸ਼ ਹਾਂ। ਜੇ ਕਦੇ ਮੇਰੇ ਲਾਇਕ ਕੋਈ ਸੇਵਾ ਹੋਈ ਤਾਂ ਦੱਸ ਦੇਵੀਂ, ਭਾਵੇਂ ਅੱਧੀ ਰਾਤ ਬੁਲਾ ਲੈਵੀਂ, ਮੈਂ ਹਾਜ਼ਰ ਹਾਂ ਤੇਰੇ ਲਈ। ਨਾਲੇ ਮੇਰਾ ਹੱਥ ਘੁੱਟ ਲਿਆ। ਮੈਂ ਸੋਚਿਆ ਦਿਸਦਾ ਇਹਨੂੰ ਦਿਨੇ ਨਹੀਂ, ਫਿਰ ਅੱਧੀ ਰਾਤੀ ਕਿਵੇਂ ਆਊ ਮੇਰੇ ਤੱਕ। ਮੈਂ ਇੱਕਦਮ ਆਪਣਾ ਗੁੱਟ ਖਿੱਚ ਕੇ ਛੁਡਵਾਇਆ ਤੇ ਭੱਜ ਕੇ ਆਪਣੇ ਕਮਰੇ ਵਿੱਚ ਗਈ। ਮੈਨੂੰ ਤਾਂ ਪਹਿਲਾਂ ਹੀ ਇਹਦੇ ਲੱਛਣ ਕੁਝ ਠੀਕ ਨਹੀਂ ਲੱਗਦੇ ਸਨ। ਮੇਰੀ ਧੜਕਣ ਬਹੁਤ ਤੇਜ਼ ਹੋ ਗਈ ਤੇ ਸਾਹ ਫੁੱਲਣ ਲੱਗਾ। ਮੇਰੇ ਤਾਂ ਮਸਾਂ ਹੀ ਅੱਜ ਬਾਲ ਬਚੇ ਸਨ। ਉਸ ਦਿਨ ਤੋਂ ਮੈਂ ਦੁਬਾਰਾ ਉਹਦੇ ਕਮਰੇ ਵਿੱਚ ਨਹੀਂ ਗਈ। ਮੇਰਾ ਮਨ ਕਰੇ ਕਿ ਮੈਂ ਮੇਰੇ ਪਤੀ ਨੂੰ ਫੋਨ ਕਰ ਦੇਵਾਂ। ਫਿਰ ਸੋਚਿਆ ਕਿ ਨਹੀਂ, ਉਹ ਤਾਂ ਮੈਨੂੰ ਹੀ ਗਲਤ ਕਹਿਣਗੇ ਕਿ ਮੈਂ ਉਹਨੂੰ ਨਾਲ ਨਹੀਂ ਲੈ ਕੇ ਆਇਆ, ਤਾਂ ਕਰਕੇ ਗੱਲਾਂ ਬਣਾਉਂਦੀ ਹੈ। ਤੇ ਨਾਲੇ ਉਹ ਹਜੇ ਦੁੱਖ ਵਿੱਚ ਸਨ, ਇੱਦਾਂ ਕਹਿਣਾ ਮੇਰੇ ਲਈ ਠੀਕ ਨਹੀਂ ਸੀ। ਚਲੋ ਘਰ ਵਿੱਚ ਸਾਡੇ ਦੋਹਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਮੇਰਾ ਦਿਲ ਧੱਕ ਧੱਕ ਕਰਿਆ ਕਰੇ। ਮੈਂ ਉਸ ਦਿਨ ਤੋਂ ਬਾਅਦ ਰੋਟੀ ਬਣਾ ਕੇ ਗੇਟ ਵਿੱਚ ਹੀ ਰੱਖ ਕੇ ਆਉਣ ਲੱਗੀ। ਇੱਕ ਦਿਨ ਮੈਂ ਚਾਹ ਫੜਾਉਣ ਗਈ ਤਾਂ ਮੇਰਾ ਜੇਠ ਕਮਰੇ ਤੋਂ ਬਾਹਰ ਬੈਠਾ ਸੀ। ਮੈਂ ਚਾਹ ਫੜਾ ਰਹੀ ਸੀ ਕਿ ਲਓ ਭਾਜੀ ਚਾਹ। ਮੈਂ ਹੱਥ ਅੱਗੇ ਕੀਤਾ, ਉਸਨੇ ਵੀ ਮੇਰੇ ਵੱਲ ਹੱਥ ਵਧਾਇਆ ਤੇ ਜਿਉਂ ਹੀ ਚਾਹ ਦਾ ਗਲਾਸ ਫੜਿਆ ਤੇ ਨਾਲ ਹੀ ਉਹਨੇ ਮੇਰਾ ਹੱਥ ਫੜ ਲਿਆ। ਕਹਿੰਦਾ, ਮੈਂ ਵੀ ਤਾਂ ਤੇਰਾ ਕੁਝ ਲੱਗਦਾ, ਮੇਰਾ ਵੀ ਤਾਂ ਥੋੜ੍ਹਾ ਬਹੁਤਾ ਤੇਰੇ ਤੇ ਅਧਿਕਾਰ ਹੈ। ਬਾਕੀ ਦੇਖ ਲਾ, ਤੇਰੀ ਮਰਜ਼ੀ ਹੈ। 10 ਕਿੱਲੇ ਆਉਂਦੇ ਆ ਮੈਨੂੰ, ਬਣ ਜੂ ਤੁਹਾਡਾ ਕੁਝ ਨਾ ਕੁਝ। ਦੇਖ ਲਾ, ਨਹੀਂ ਤਾਂ ਫਿਰ ਛੋਟਾ ਵੀ ਵਿਆਹੁਣ ਵਾਲਾ ਹੀ ਹੈ, ਮੈਂ ਤਾਂ ਉਹਦੇ ਨਾਮ ਕਰਵਾ ਦੇਊਂਗਾ। ਉਹਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਚੜ੍ਹਿਆ। ਫਿਰ ਮੈਂ ਖਿੱਚ ਕੇ ਉਹਦੇ ਕੋਲੋਂ ਆਪਣਾ ਹੱਥ ਛੁਡਵਾਇਆ ਤੇ ਨਾਲੇ ਚਾਹ ਡੁੱਲ ਗਈ। ਮੈਂ ਆਪਣਾ ਹੱਥ ਖਿੱਚ ਕੇ ਵੱਟ ਕੇ ਇੱਕ ਮਾਰਿਆ ਉਹਦੇ ਕੰਨ ਤੇ ਚਪੇੜਾ। ਸਾਰੀ ਅਕਲ ਟਿਕਾਣੇ ਕਰ ਦਿੱਤੀ। ਮੈਂ ਕਿਹਾ, ਤੈਂ ਮੈਨੂੰ ਸਮਝ ਕੀ ਰੱਖਿਆ? ਮੈਂ ਤੇਰੇ ਭਰਾ ਦੇ ਘਰ ਵਾਲੀ ਹਾਂ, ਨਾ ਕਿ ਤੇਰੀ ਕੋਈ ਰਖੇਲ। ਤੂੰ ਮੈਨੂੰ ਸਮਝਿਆ ਕੀ ਹੈ? ਮੈਨੂੰ ਮੇਰਾ ਚਿਹਰਾ ਗੁੱਸੇ 'ਚ ਪੂਰਾ ਜਦੋਂ ਲਾਲ ਹੋ ਗਿਆ, ਮੈਂ ਇੱਕ ਚਪੇੜਾ ਹੋਰ ਮਾਰਨ ਲੱਗੀ। ਅੱਗੋਂ ਫਿਰ ਹੱਥ ਬੰਨ੍ਹ ਕੇ ਕਹਿੰਦਾ, ਓਹੋ ਭਰਜਾਈ, ਮੈਂ ਤਾਂ ਤੈਨੂੰ ਪਰਖ ਰਿਹਾ ਸੀ, ਤੂੰ ਤਾਂ ਗੁੱਸਾ ਕਰ ਗਈ ਐ। ਮੈਂ ਕਿਹਾ, ਗੁੱਸਾ? ਇਹ ਕੀ ਤੂੰ ਕਰਨ ਲੱਗਿਆ ਸੀ? ਤੈਨੂੰ ਜਰਾ ਵੀ ਸ਼ਰਮ ਨਹੀਂ? ਮੈਂ ਤੇਰੀ ਧੀਆਂ ਵਰਗੀ ਆਂ ਤੇ ਤੂੰ ਮੈਨੂੰ ਕੀ ਸਮਝਿਆ? ਤੇਰੇ ਕੋਲੋਂ ਚੌਰਿਆ ਲੱਗਦਾ ਸੇਵਾ ਕਰਵਾਈ ਨਹੀਂ ਜਾਣੀ। ਰੋਟੀ ਖਾਣ ਦੇ ਤੇਰੇ ਚੱਜ ਨਹੀਂ ਲੱਗਦੇ ਮੈਨੂੰ। ਕਹਿੰਦਾ, ਮੈਨੂੰ ਮਾफ़ ਕਰ ਦੇ, ਅੱਗੇ ਤੋਂ ਕੁਝ ਨਹੀਂ ਕਹਿੰਦਾ। ਤੇ ਨਾਲੇ ਮੇਰੇ ਭਰਾ ਨੂੰ ਨਾ ਦੱਸ ਦੇਵੀਂ
ਮਾਮਲਾ ਅੱਗੇ ਵੱਧ ਜਾਣਾ। ਮੈਂ ਕਿਹਾ ਤੂੰ ਮੇਰੇ ਤੋਂ ਹੋਰ ਨਾ ਟਿੰਡੀਆਂ ਲੈ ਲਵੀਂ, ਸਿੱਧਾ ਹੋ ਕੇ ਰਹਿ ਜੇ ਰਹਿਣਾ। ਇੱਕ ਤਾਂ ਤੂੰ ਅੰਨਾ ਹੈ ਤੇ ਦੂਜਾ ਕੰਮ ਤੂੰ ਕੀ ਕਰਦਾ ਹੈ। ਮੇਰੇ ਇੰਨਾ ਕੁ ਝਿੜਕਣ ਨਾਲ ਤੇ ਇੱਕ ਚਪੇੜ ਮਾਰਨ ਨਾਲ ਜੇਠ ਮੇਰਾ ਤੀਰ ਵਾਂਗ ਸਿੱਧਾ ਹੋ ਗਿਆ ਤੇ ਨਾਲੇ ਥੋੜੀਆਂ ਜਿਹੀਆਂ ਅੱਖਾਂ ਖੁੱਲ੍ਹ ਗਈਆਂ। ਹੁਣ ਕੀ ਕਰੀਏ, ਇਵੇਂ ਹੀ ਕਰਨਾ ਪੈਂਦਾ ਜਦੋਂ ਕੋਈ ਨਾ ਸੁਧਰੇ। ਜਿਵੇਂ ਆਮ ਕਹਾਵਤ ਹੈ ਵੀ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਸੋ ਦੋਸਤੋ, ਮੇਰੇ ਨਾਲ ਇਸ ਤਰ੍ਹਾਂ ਹੋਇਆ। ਦੱਸਿਓ ਕਮੈਂਟ ਕਰਕੇ ਮੈਂ ਮੇਰੇ ਜੇਠ ਦੇ ਥੱਪੜ ਲਾ ਕੇ ਸਹੀ ਕੀਤਾ ਜਾਂ ਨਹੀਂ। ਉਹ ਤਾਂ ਮੇਰੀ ਸ਼ਰੀਫੀ ਦਾ ਗਲਤ ਫਾਇਦਾ ਚੁੱਕਣ ਲਈ ਫਿਰਦਾ ਸੀ। ਸੋ ਦੋਸਤੋ, ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ।